ओए गड्डी रोक। कपूर साहब दी गड्डी है थे, यानी वो भी नेड़े तेड़े होंगे किथे। चल भाई। ਤੁਹਾਨੂੰ ਰੋਕਿਆ ਕਿਉਂ? ਇਹੀ ਸਵਾਲ ਦਾ ਜਵਾਬ ਚਾਹੀਦਾ ਨਾ ਤੁਹਾਨੂੰ। ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰੇ ਦਿਲ ਵਿੱਚ ਕੀ ਚੱਲ ਰਿਹਾ, ਕਿੰਨੀ ਵਾਰ ਸੋਚਿਆ ਕਿ ਮੈਂ ਸਭ ਕੁਝ ਦੱਸਦਾ ਹਾਂ ਤੁਹਾਨੂੰ, ਪਰ ਦੱਸ ਹੀ ਨਹੀਂ ਹੁੰਦਾ। पता नहीं तुसी किद्दां इतनी आसानी नाल अपनी फीलिंग एक्सप्रैस कर लेंदे हो। मेरी तो जबान साथ नहीं देनी। पर एक गल मैं कह सकता हूं, जो मैं हुण फील कर रहा हूं, मैं पिछले कई सालों तो ऐसा फील नहीं किया। कुछ कहना भी है मैं, पर कह नहीं होता। और अजीब जा है, डायलेमा है। दिल दिमाग दोनों वक्फो वक्त दौड़ रहे हैं। दुनिया रही तो विक्रमजीत कपूर, वो विक्रमजीत कपूर जो वड्डी वड्डी कंपनियां चलाता है, इन्हें हज़ारों लोगों को मैनेज करता है, पर दुनिया ये नहीं जानती कि विक्रमजीत कपूर अपनी फीलिंग्स एक्सप्रेस नहीं कर सकता। मैं भी अपने आप को सवाल पूछा, जो मैं कीता वो क्यों कीता। एक नहीं, एक्चुअली बथेरे सवाल से। मैं बड़ा ट्रांसफर क्यों किया, फिर मैं तो रोकिया क्यों, थोड़ी हर गल दी मैं क्यों टेंशन ले लेंदा, थोड़े उत्ते मैं ना विश्वास क्यों करदा, बार बार मैंने थोड़े ख्याल क्यों आंदे ने।
सर मेरा बैग। गड्डी विच रखवा देते हैं, आ जाओ। अपनी कार 'ਚ ਚਲੋਗੇ ਜਨਾਬ? ਐਕਚੁਅਲੀ ਰਾਤੀ ਵਾਪਸ ਜਾਣ ਲਈ ਮੈਨੂੰ ਗੱਡੀ ਮਿਲੀ ਨਹੀਂ। ਪਰ ਸਰਤਾਜ ਨੂੰ ਕਿਸੇ ਵੀ ਗੱਡੀ ਗੁੱਡੀ ਦੀ ਲੋੜ ਨਹੀਂ ਹੁੰਦੀ ਤੁਹਾਡੇ ਕੋਲ ਪਹੁੰਚਣ ਲਈ। ਸਰਤਾਜ ਜੀ ਇੱਥੇ ਸਿਗਨਲ ਨਹੀਂ ਹੈਗਾ ਫੋਨ ਦਾ, ਇਸ ਕਰਕੇ ਮੈਂ ਫੋਨ ਨਹੀਂ ਕਰ ਪਾਇਆ। ਬਾਕੀ ਗੱਲਾਂ ਬਾਅਦ 'ਚ ਕਰਾਂਗੇ। ਮੈਨੂੰ ਤੁਹਾਡੀ ਫਿਕਰ ਸੀ, ਇਸ ਲਈ ਤੁਹਾਨੂੰ ਲੈਣ ਚਲਾ ਆਇਆ ਮੈਂ। ਚੰਗਾ ਹੋਇਆ ਸਰ ਤੁਸੀਂ ਆ ਗਏ, ਪਰ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਰ ਇੱਥੇ ਨੇ? ਜਨਾਬ ਉਹਨਾਂ ਦੀ ਦਿਲ ਦੀ ਧੜਕਣ ਦਾ ਵੀ ਪਤਾ ਹੁੰਦਾ ਮੈਨੂੰ, ਤੇ ਇਹਨਾਂ ਨੂੰ ਲੱਭਣਾ ਮੇਰੇ ਲਈ ਕਿਹੜੀ ਵੱਡੀ ਗੱਲ ਏ। आओ खोल दिता ही ना दरवाजा। ਉਹਨੇ ਦਰਵਾਜ਼ੇ ਦੇ ਅੰਦਰ ਆਉਗੀ ਹੀ ਆਉਗੀ। ਇਹਦੇ ਨਾਲ ਵੱਡਾ ਤੂਫਾਨ ਵੀ ਆਏਗਾ, ਵੱਡਾ ਤੂਫਾਨ। ਮੁੜ ਜਾ ਭਾਊ, ਮੁੜ ਜਾ, ਅਜੇ ਵੀ ਮੁੜ ਜਾ ਪਿੱਛੇ, ਆਪਣੇ ਪੈਰ ਪਿੱਛੇ ਪਟ ਲੈ। ਫਿਰ ਨਾ ਕਹੀ ਕਿ ਮੈਂ ਦੱਸਿਆ ਨਹੀਂ। ਸਭ ਬਦਲ ਜਾਏਗਾ, ਸਭ ਬਦਲ ਜਾਏਗਾ ਜੇ ਤੂੰ ਪਿੱਛੇ ਨਾ ਮੁੜਿਆ ਤਾਂ। ਹਵਾਵਾਂ ਨੇ ਆਪਣਾ ਰੁਖ ਬਦਲ ਲਿਆ ਹੈ, अपना रुख हवावा ने बदल लिया है। ਓਏ ਬਾਬਾ ਕੋਈ ਹੋਰ ਰਾਹ ਫੜ। बदल लिया है, बदल लिया है। ड्राइवर लेट्स गो। कहना मैडम ਹੁਣ ਤੁਸੀਂ ਛੇਤੀ ਛੇਤੀ ਆਪਣੇ ਘਰ ਪਹੁੰਚੋ, ਤੁਹਾਡੇ ਲਈ ਇਹੋ ਠੀਕ ਰਹੇਗਾ। जी सर। ओके सर मैं चलदी हाँ। ਤੁਸੀਂ ਉਹ ਦੂਜੀ ਕਾਰ 'ਚ ਬਹਿ ਜਾਓ। ਹਾਂਜੀ ਜਨਾਬ, ਤੁਸੀਂ ਵੀ ਬੈਠੋਗੇ ਕਾਰ 'ਚ? मैं भी अपने आप को सवाल पूछा, जो मैं कीता और क्यों कीता, मैं बड़ा ट्रांसफर क्यों कीता, फिर मैं ਤੁਹਾਨੂੰ ਰੋਕਿਆ क्यों, ਤੁਹਾਡੀ ਹਰ ਗੱਲ ਦੀ ਮੈਂ क्यों टेंशन ले ਲੈਂਦਾ, ਤੁਹਾਡੇ ਉੱਤੇ ਮੈਂ ਨਾ ਵਿਸ਼ਵਾਸ क्यों ਕਰਦਾ, ਬਾਰ-ਬਾਰ ਮੈਨੂੰ ਤੁਹਾਡੇ ਖਿਆਲ क्यों ਆਉਂਦੇ ਨੇ। ਇਹ ਸਾਰੇ ਸਵਾਲ ਮੈਂ ਆਪਣੇ ਆਪ ਨੂੰ ਪੁੱਛੇ ਤੇ ਇਹ ਸਾਰੇ ਸਵਾਲਾਂ ਦਾ ਮੈਨੂੰ ਇੱਕੋ ਹੀ ਜਵਾਬ ਮਿਲਿਆ। ਉਸ ਸਵਾਲ ਦਾ ਜਵਾਬ ਹੈ I love you ਨੇਹਾ, ਮੈਂ ਤੈਨੂੰ ਪਿਆਰ ਕਰਦਾ ਹਾਂ। ਹੁਣ ਬਸ ਵੀ ਕਰੋ ਆਂਟੀ ਜੀ, ਇੰਨੀ ਟੈਨਸ਼ਨ ਨਾਲ ਨਾ ਤੁਹਾਡੀ ਸਿਹਤ ਖਰਾਬ ਹੋ ਜਾਣੀ ਹੈ। ਮੈਂ ਤੇ ਹਰ ਵਾਲੀ ਕਹਿੰਨੀ ਆ ਕਿ ਕੁੜੀਆਂ ਨੂੰ ਤਰੀਕੇ ਨਾਲ ਚੱਲਣਾ ਚਾਹੀਦਾ ਵੈ, ਘਰੋਂ ਬਾਹਰ ਜਾਣ ਜੀ ਸਦਕੇ, ਪਰ ਫੋਨ ਕਰਦੀ ਆ ਰਹਿ, ਇੱਥੇ ਤੇ ਗੱਲ ਹੀ ਉਲਟੀ ਹੈ। ਇਹਨਾਂ ਦੀ ਨੈਣਾ ਨੇ ਤੇ ਫੋਨ ਹੀ ਬੰਦ ਕਰਕੇ ਰੱਖਿਆ ਹੋਇਆ ਵੈ। ਗੁਲਾਟੀ ਜੀ ਤਾਂ ਰਾਤ ਦਾ ਫੋਨ ਕਰਦੇ ਪਏ ਨੇ, ਉਹਦਾ ਫੋਨ ਹੀ ਬੰਦ ਹੈ, ਪਤਾ ਨਹੀਂ ਵਿਚਾਰੀ ਕਿਸ ਹਾਲੇ 'ਚ ਹੋਣੀ ਹੈ। ਉਦਾਂ ਕਦੋਂ ਤੱਕ ਪਹੁੰਚਣਾ ਸੀ ਕੁੜੀ ਨੇ ਦਿੱਲੀ? ਹੁਣ ਤੱਕ ਤਾਂ ਪਹੁੰਚ ਗਈ ਹੁੰਦੀ, ਉਦੋਂ ਤਾਂ ਫੋਨ ਹੀ ਨਹੀਂ ਲੱਗਦਾ ਪਿਆ। ਤੁਸੀਂ ਉਹਦੇ ਆਫਿਸ ਵਿੱਚ ਪੁੱਛਿਆ ਕਿਸੇ ਤੋਂ? ਆਹੋ ਉਹਦੇ ਆਫਿਸ 'ਚ ਹੀ ਬੰਦਾ ਆਇਆ ਸੀ, ਉਹਨੇ ਹੀ ਦੱਸਿਆ ਸੀ ਨੈਣਾ ਦਿੱਲੀ ਨਹੀਂ ਪਹੁੰਚੀ। ਇਹ ਕੀ ਗੱਲ ਹੋਈ ਭਲਾ? ਆਪੇ ਉਹਨਾਂ ਨੇ ਨੈਣਾ ਨੂੰ ਦਿੱਲੀ ਭੇਜਿਆ ਤੇ ਆਪ ਹੀ ਉਹਨਾਂ ਨੇ ਮੁੰਡੇ ਨੂੰ ਭੇਜਤਾ ਪੁੱਛਣ ਵਾਸਤੇ। ਮੈਂ ਤੇ ਸੋਚਿਆ ਸੀ ਐਡੀ ਵੱਡੀ ਕੰਪਨੀ ਹੈ, ਪਰ ਇਹਨਾਂ ਦੀ ਕੰਪਨੀ ਦਾ ਵੀ ਕੋਈ ਹਾਲ ਨਹੀਂ ਹੈਗਾ ਵੈਸੇ। ਮੈਂ ਤੇ ਕਹਿਣ ਨੂੰ ਫਿਰਦੀ ਸੀ ਕਿ ਇਹਨਾਂ ਤੇ ਯਕੀਨ ਨਾ ਕਰੋ, ਪਰ ਤੁਹਾਡੀ ਤਾਂ ਬੰਦੀ ਬੜੀ ਸੀ ਵਿਕਰਮਜੀਤ ਕਪੂਰ ਨਾਲ, ਤਾਂ ਕਰਕੇ ਮੈਂ ਕੁਝ ਕਿਹਾ ਨਹੀਂ। ਉਹ ਪਹਿਲੇ ਕਿਸੇ ਗੱਲ ਦਾ ਤਾਂ ਪਤਾ ਚੱਲੇ, ਫਿਰ ਹੀ ਅਸੀਂ ਕਿਸੇ ਨੂੰ ਕਹਿਣ ਜੋਗੇ ਬਣਾਂਗੇ ਨਾ। और किन्ना चिर उड़िकना है कुड़ी नूं, पूरी रात लंघ गई, कुछ पता भी नहीं लग्या। नाले जवान कुड़ी है, हुण तां जमाना बड़ा भैड़ा है, हुण तां थाणे जाके रिपोर्ट लिखा देना चाहिए है। ਬਿਲਕੁਲ ਠੀਕ ਭਾਜੀ, ਕੁੜੀ ਦਾ ਰਾਤ ਦਾ ਕੁਝ ਪਤਾ ਨਹੀਂ ਹੈ ਹਾਂਜੀ। ਤੇ ਕੁੜੀ ਦਾ ਫੋਨ ਵੀ ਬੰਦ ਆ ਰਿਹਾ। ਕੱਲ ਨੂੰ ਕੁਝ ਪੁੱਠੀ ਸਿੱਧੀ ਹੋ ਗਈ ਤਾਂ ਕੀ ਕਰਾਂਗੇ?
ਇਹਦੇ ਲਈ ਥਾਣੇ ਜਾ ਕੇ ਗੁੰਮ ਹੋਣ ਦੀ ਰਿਪੋਰਟ ਲਿਖਾ ਦਿੰਦੇ ਆ। ਹਾਂਜੀ ਬਾਕੀ ਪੁਲਿਸ ਲੱਭੂ ਖੁਦ ਹੀ ਫਿਰ। ਹਾਏ ਰੱਬਾ, ਮੇਰੀ ਧੀ ਰਾਣੀ ਦਾ ਕੀ ਹਾਲ ਹੋਊਗਾ, ਪਤਾ ਨਹੀਂ ਕਿੱਥੇ ਹੋਊਗੀ। ਗੁਲਾਟੀ ਜੀ ਤੁਸੀਂ ਇੱਕ ਵਾਰ ਫੋਨ ਤਾਂ ਕਰਕੇ ਦੇਖੋ, ਕੀ ਪਤਾ ਉਹਨੂੰ ਫੋਨ ਚੱਕ ਲਵੇ। ਗੁਲਾਟੀ ਜੀ नैना ओ किरण जी, नैना आ गई जे, साडी नैना आ गई जे। नैना आ गई पुत्तर। नैना पुत्तर कितने चली गई सी? सारी रात एक मिनट अख नहीं लगी। जे तेन कुछ हो जाता ना, अं जीदिया ने मर जाना सी। दस नैना क्यों जान सुले ते टंगी जाती अपनी मां प्यो दी? ओ पुत्र, ओ तेनू तो असि दिल्ली वाली बस बिठा के आए सी ना, ते फिर तू पहुंची क्यों नहीं? हाँ नैना, तेरा फोन क्यों बंद पिया होया वे? हाल देख की हो रहे तेरे मम्मी पापा दा। किरण ते रो रो के कमली होई जा रही सी। ਮੰਮੀ ਜੀ ਤੁਸੀਂ ਨਾ ਰੋ, ਹੁਣ ਮੈਂ ਆ ਗਈ ਹਾਂ ਨਾ ਠੀਕ ਠਾਕ। ਤੁਸੀਂ ਇੱਥੇ ਬੈਠੋ ਤੁਸੀਂ, ਮੈਂ ਦੱਸਦੀ ਹਾਂ ਸਾਰਾ ਕੁਝ। ਬਸ ਹਾਈਵੇ ਤੇ ਚੜੀ ਨਾ ਤੇ ਮੇਰੇ ਫੋਨ ਦੀ ਰੇਂਜ ਹੀ ਉੜ ਗਈ। ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਮੈਂ ਫੋਨ ਕਰਦੀ ਵੀ ਕਿੱਦਾਂ। ਚਲੋ ਗੁਲਾਟੀ ਜੀ, ਜੋ ਹੋਣਾ ਸੀ ਹੋ ਗਿਆ। ਕੁੜੀ ਸਹੀ ਸਲਾਮਤ ਘਰ ਆ ਗਈ ਹੈ। ਅਸੀਂ ਤਾਂ ਥਾਣੇ ਜਾਣ ਦੀ ਗੱਲ ਕਰਦੇ ਪਏ ਸੀਗੇ। ਚੰਗਾ ਗੁਲਾਟੀ ਜੀ, ਚੱਲਦੇ ਹਾਂ ਆਪਾਂ। पर नैना पुत, तू तो दिल्ली जाना सी, फिर इतना ही खाली वापस आ गई। ਇਹੀ ਤਾਂ ਮੈਂ ਪੁੱਛੀ ਜਾਣਾ ਵਾ, ਤੈਨੂੰ ਤਾਂ ਅਸੀਂ ਬੱਸ 'ਚ ਬਿਠਾਇਆ ਸੀ ਨਾ, ਤੇ ਫਿਰ ਤੂੰ ਕਿੱਥੇ ਉਤਰ ਗਈ ਤੇ ਕਿਉਂ ਉਤਰੀ ਏ ਤੇ ਇੱਥੇ ਵਾਪਸ ਕਿੱਦਾਂ ਆਈ ਪੁੱਤਰ? ਮੰਮੀ ਜੀ ਪਾਪਾ ਜੀ, ਮੇਰੀ ਨਾ ट्रांसफर कैंसिल हो गई है। ट्रांसफर कैंसिल हो गई? ਉਹ ਇਦਾਂ ਕਿੱਦਾਂ ट्रांसफर कैंसिल हो गई तेरी पुत्र? ये भी कोई तमाशा होया? पहला तो बदली करन दी छेती सी, फिर तेरा फोन बंद हो गया, फिर तू दिल्ली नहीं पहुंची। इदा कद हुंदा है धीए? मैं ते पहले ही कहा सी, ਇਹਦੇ ਆਫਿਸ ਦਾ ਤੇ ਕੋਈ ਹਿਸਾਬ ਤਾਂ ਵੀ ਨਹੀਂ ਹੈਗਾ। तेनू भी ना बहुती काल सी वास्तु तो छाल मारन दी। अद विचाले तेरा फोन ही बंद हो गया। जे तेनू कुछ हो जाता ना नैना, आई जिदिया ने मर जाना सी। सॉरी मम्मी जी, सॉरी पापा जी, अगे तो नहीं हुंदा। बस करो किरण जी, नैना हुणे ही आई है, ਉਹਨੂੰ ਥੋੜੀ ਦੇਰ ਆਰਾਮ ਕਰਨ ਦਿਓ, ਉਹ ਫਿਰ ਗੱਲ ਕਰਦੇ ਆ ਨਾ ਆਪਾਂ। ਵੈਸੇ ਹੀ ਮਾਤਾ ਰਾਣੀ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ, ਜਿਹੜੀ ਸਾਡੀ ਨੈਨਾ ਸਹੀ ਸਲਾਮਤ ਘਰ ਵਾਪਸ ਆ ਗਈ। चलो चलने आसी भी फिर आनी आ फिर। दाल विच कुछ ना कुछ ते काला जरूर अगावे। नैना पुत्र तू भी फ्रेश हो ले। हाँ जी पापा जी। हे माता रानी सुखी रखी नैना ते हमेशा अपना हाथ रखी। जिंदे रहन वसते रहन बच्चे। मायरा मैडम, मीटिंग का एजेंडा रेडी हो गया है सरताज सिंह जी। केड़ी मीटिंग की गल कर रहे हो मेरा मैडम? मैं बाद में डिस्कस करती हूँ, मैं थोड़ा सा बिजी हूँ सरताज सिंह जी। प्लीज प्लीज सरताज सिंह जी, प्लीज मेरा मैडम। सरताज सिंह जी, मिस्टर कपूर बस डाउन मार्केट होटल विच उस मिडिल क्लास कुड़ी नैना नाल सीगे। ਤੁਸੀਂ ਉੱਥੋਂ ਚਲੇ ਗਏ ਮੈਰਾ ਮੈਡਮ, ਸਾਡੀ ਗੱਲ ਮੁੱਕੀ ਸੀ ਨਾ ਕਿ ਆਪਾਂ ਦੋਵੇਂ ਜਾ ਕੇ ਸਰ ਨੂੰ ਸਵਾਲ ਕਰਾਂਗੇ, ਫਿਰ ਤੁਸੀਂ ਬਿਨਾਂ ਮਿਲੇ ਸਰ ਨੂੰ ਇੱਥੇ ਕਿਉਂ ਚਲੇ ਆਏ? ਕਿਉਂ? क्योंकि सरताज सिंह जी, मैं उन्होंने दोनों ਨੂੰ ਇਕੱਠੇ नहीं देख सकती। ਮੈਨੂੰ नहीं बर्दाश्त ਹੁੰਦਾ। एक मल्टी मिलियनर बिजनेसमैन ਤੇ ਦੂਜੀ ਉਹ मिडिल क्लास नैना, तो भाई एक होटल
मैं ये गल कदे सपने च भी नहीं सोच सकती जो आज मैं अपनी अखी वेख लिया सरदार सिंह जी। मैं की करा तुसी आप दसो ये सब की हो रहा है सरदार सिंह जी? ਉਹ ਮੇਰੇ ਤਾਂ ਕੁਝ ਪੱਲੇ ਨਹੀਂ ਪੈ ਰਿਹਾ ਮੇਰਾ ਮੈਡਮ। ਇਹੋ ਜਿਹਾ ਕੀ ਹੈ ਉਸ ਕੁੜੀ ਵਿੱਚ ਸਰਦਾਰ ਸਿੰਘ ਜੀ? ਕਿਉਂ ਮਿਸਟਰ ਕਪੂਰ ਉਸ ਨਹਿਰਾ ਦੇ ਕੇਸ ਵਿੱਚ ਏਦਾਂ ਕਿਉਂ ਬਿਹੇਵ ਕਰਦੇ ਨੇ? ਇਹੋ ਤੇ ਮੈਂ ਸੋਚ ਰਿਹਾ ਮੇਰਾ ਮੈਡਮ। ਪਰ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਸਰਦਾਰ ਸਿੰਘ ਜੀ। ਅੱਜ ਮੈਂ ਬਹੁਤ ਹਰਟ ਹੋਈ ਹਾਂ, ਮੇਰਾ ਬਹੁਤ ਦਿਲ ਦੁਖਿਆ ਹੈ ਸਰਦਾਰ ਸਿੰਘ ਜੀ। ਅੱਜ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ। ਅਸੀਂ ਗਲਤ ਕੀ ਕਰ ਰਹੇ ਹਾਂ ਮੇਰਾ ਮੈਡਮ? ਇਹ ਕਿ ਸਾਰੀ ਸਿਚੁਏਸ਼ਨ ਕਲੀਅਰ ਹੋਣ ਤੋਂ ਬਾਅਦ ਵੀ ਅਸੀਂ ਨਾ ਸਮਝਿਆ ਵਾਂਗੂ ਬਿਹੇਵ ਕਰ ਰਹੇ ਹਾਂ। ਕਦੇ ਕਦੇ ਤਾਂ ਮੈਨੂੰ ਐ ਲੱਗਦਾ ਸਾਨੂੰ ਸਾਰਾ ਕੁਝ ਕਲੀਅਰ ਹੋਣ ਤੋਂ ਬਾਅਦ ਵੀ ਅਸੀਂ ਉਹਨੂੰ ਅਸੈਪਟ ਨਹੀਂ ਕਰਨਾ ਚਾਹੁੰਦੇ। ਪਰ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਸਹੀ ਹੈ ਜਾਂ ਗਲਤ ਹੈ ਸਰਦਾਰ ਸਿੰਘ ਜੀ? ਦੱਸੋ ਇਹ ਕੀ ਹੈ ਸਰਦਾਰ ਸਿੰਘ ਜੀ? ਜੋ ਮੇਰੀ ਸਮਝ ਵਿੱਚ ਆ ਰਿਹਾ ਨਾ ਮੇਰਾ ਮੈਡਮ, ਉਹ ਸੁਣ ਕੇ ਤੁਹਾਨੂੰ ਚੰਗਾ ਨਹੀਂ ਲੱਗਣਾ, ਪਰ ਇਹ ਪਿਆਰ ਦੀ ਨਿਸ਼ਾਨੀ ਹੈ। ਜੇਕਰ ਬੰਦੇ ਦੀ ਇਹੋ ਜਿਹੀ ਹਰਕਤਾਂ ਪਿੱਛੇ ਕੋਈ ਕਾਰਨ ਨਾ ਲੱਭੇ ਨਾ ਤਾਂ ਸਮਝੋ ਕਿ ਉਹ ਦਿਲ ਦੇ ਹੱਥੋਂ ਮਜਬੂਰ ਹੈ। ਉਹ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ ਨੇ ਮੇਰਾ ਮੈਡਮ। ਨੋ ਸਰਦਾਰ ਸਿੰਘ ਜੀ, ਇਹ ਨਹੀਂ ਹੋ ਸਕਦਾ। ਤੁਸੀਂ ਮੈਨੂੰ ਪੁੱਛਿਆ ਕੀ ਲੱਗਿਆ, ਮੈਂ ਤੁਹਾਨੂੰ ਦੱਸ ਦਿੱਤਾ। ਪਰ ਤੁਸੀਂ ਇਹਨੇ ਯਕੀਨ ਨਾਲ ਕਿਵੇਂ ਕਹਿ ਸਕਦੇ ਹੋ ਸਰਦਾਰ ਸਿੰਘ ਜੀ? ਮਿਸਟਰ ਕਪੂਰ ਨੈਣਾ ਨੂੰ ਪਿਆਰ ਕਰਨ ਲੱਗ ਪਏ। ਮੈਨੂੰ ਤੇ ਇਹੀ ਲੱਗਦਾ ਪਿਆ ਹੈ। ਮੈਂ ਕੀ ਕਰਾਂ ਸਰਦਾਰ ਸਿੰਘ ਜੀ? ਮੈਂ ਕੁਝ ਸਮਝ ਨਹੀਂ ਆ ਰਹੀ। ਸਰਦਾਰ ਸਿੰਘ ਜੀ ਤੁਹਾਨੂੰ ਪਤਾ ਛੋਟੇ ਹੁੰਦੇ ਆ ਨਾ ਪਾਪਾ ਕੋਲੋਂ ਬਹੁਤ ਸੁਣਿਆ ਸੀ ਕਪੂਰ ਗਰੁੱਪ ਆਫ ਇੰਡਸਟਰੀਜ਼ ਬਾਰੇ, ਤੇ ਬਚਪਨ ਤੋਂ ਹੀ ਨਾ ਮੇਰਾ ਸੁਪਨਾ ਸੀ ਮਿਸਟਰ ਕਪੂਰ ਦੇ ਨਾਲ ਉਹਨਾਂ ਲਈ ਕੰਮ ਕਰਨ ਦਾ। ਤੇ ਮੈਂ ਇਹ ਸੁਪਨਾ ਪੂਰਾ ਵੀ ਕੀਤਾ ਆਪਣੇ ਹਾਰਡ ਵਰਕ ਨਾਲ। ਤੇ ਉਹਨਾਂ ਨਾਲ ਕੰਮ ਕਰਦਿਆਂ ਮੈਂ ਆਪਣੀ ਪਰਸਨਲ ਲਾਈਫ ਵੀ ਭੁੱਲ ਗਈ ਸਰਦਾਰ ਸਿੰਘ ਜੀ। ਇਹ ਆਫਿਸ, ਇਹ ਕੰਮ, ਮੇਰੀਆਂ ਅਚੀਵਮੈਂਟਸ ਤੇ ਮਿਸਟਰ ਕਪੂਰ, ਇਹੀ ਮੇਰੀ ਲਾਈਫ ਹੈ। ਮੈਂ ਇਹਨਾਂ ਨੂੰ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ ਤੇ ਹਮੇਸ਼ਾ ਦਿੰਦੀ ਰਵਾਂਗੀ। ਮਿਸਟਰ ਕਪੂਰ ਵੱਲੋਂ ਮਿਲਿਆ ਹਰ ਇੱਕ ਕੰਪਲੀਮੈਂਟ, ਹਰ ਇੱਕ ਐਪਰੀਸੀਏਸ਼ਨ ਹਜੇ ਵੀ ਯਾਦ ਹੈ ਮੈਨੂੰ ਸਰਦਾਰ ਸਿੰਘ ਜੀ। ਤੁਹਾਨੂੰ ਯਾਦ ਹੈ ਸਰਦਾਰ ਸਿੰਘ ਜੀ ਜਦੋਂ ਆਪਣੀ ਪਹਿਲੀ ਬਿਜ਼ਨਸ ਡੀਲ ਫਾਈਨਲ ਕੀਤੀ ਸੀ ਮੈਂ, ਤੇ ਉਹ ਡੀਲ ਸਾਈਨ ਕਰਨ ਲਈ ਮਿਸਟਰ ਕਪੂਰ ਨੇ ਮੈਨੂੰ ਬੜਾ ਹੀ ਕਾਸਟਲੀ ਤੇ ਇੰਪੋਰਟੈਂਟ ਪੈਨ ਦਿੱਤਾ ਸੀ। ਉਹ ਪੈਨ ਮੈਂ ਹਜੇ ਵੀ ਸਾਂਭ ਕੇ ਰੱਖਿਆ ਹੋਇਆ ਹੈ। ਕੱਲਾ ਉਹ ਪੈਨ ਹੀ ਨਹੀਂ, ਮਿਸਟਰ ਕਪੂਰ ਵੱਲੋਂ ਦਿੱਤਾ ਹਰ ਇੱਕ ਗਿਫਟ ਹਜੇ ਵੀ ਮੈਂ ਸਾਂਭ ਕੇ ਰੱਖਿਆ ਹੋਇਆ ਸਰਦਾਰ ਸਿੰਘ ਜੀ। ਮਿਸਟਰ ਕਪੂਰ ਕੀ ਕਰਦੇ ਨੇ, ਕੀ ਕਹਿੰਦੇ ਨੇ, ਕਿਸੇ ਵੀ ਚੀਜ਼ ਲਈ ਉਹਨਾਂ ਦੇ ਕੀ ਥਾਟਸ ਨੇ, ਇਹ ਸਭ ਕੁਝ ਮੇਰੇ ਲਈ ਬਹੁਤ ਇੰਪੋਰਟੈਂਟ ਹੈ। ਇਨ ਫੈਕਟ ਮੋਸਟ ਇੰਪੋਰਟੈਂਟ। ਮਿਸਟਰ ਕਪੂਰ ਮੇਰੇ ਲਈ ਕਿਸੇ ਵੀ ਚੀਜ਼ ਤੋਂ ਵੱਧ ਕੇ ਹੈ ਸਰਦਾਰ ਸਿੰਘ ਜੀ, ਕਿਸੇ ਵੀ ਚੀਜ਼ ਤੋਂ ਵੱਧ ਕੇ। ਮੈਨੂੰ ਸਰ ਦੀ ਕੰਪਨੀ ਪਸੰਦ ਹੈ, ਬਟ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਕੁੜੀਆਂ ਵਾਂਗੂ ਉਹਨਾਂ ਦੇ ਪਿੱਛੇ ਘੁੰਮਦੀ ਰਵਾਂ। ਮੈਂ ਸਰ ਵੱਲੋਂ ਦਿੱਤਾ ਹਰ ਇੱਕ ਟਾਸਕ ਨੂੰ ਪਰਫੈਕਟਲੀ ਪੂਰਾ ਕਰਦੀ ਹਾਂ। ਸਰ ਦੀ ਇੱਕ ਇੱਕ ਗੱਲ ਨੂੰ ਮੈਂ ਥੋਰਲੀ ਸੁਣਦੀ ਹਾਂ। ਮੈਂ ਸਭ ਕੁਝ ਉਹਨਾਂ ਦੇ ਹਿਸਾਬ ਨਾਲ ਹੀ ਕਰਦੀ ਹਾਂ ਤੇ ਮੇਰਾ ਰਿਵਾਰਡ ਇਹੀ ਹੁੰਦਾ ਹੈ ਕਿ ਸਰ ਨੂੰ ਮੇਰਾ ਕੰਮ ਪਸੰਦ ਆਵੇ, ਉਹ ਮੇਰੇ ਕੰਮ ਤੋਂ ਖੁਸ਼ ਹੋਣ। ਮੇਰੇ ਤਾਂ ਦਿਨ ਦੀ ਸ਼ੁਰੂਆਤ ਵੀ ਸਰ ਨੂੰ ਆਫਿਸ ਵਿੱਚ ਦੇਖ ਕੇ ਹੁੰਦੀ ਹੈ ਤੇ ਮੇਰਾ ਸਾਰਾ ਦਿਨ ਸਿਰਫ ਉਹਨਾਂ ਲਈ ਹੀ ਹੁੰਦਾ ਹੈ।